ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ। ਅੱਜ ਦਾ ਵਚਨ ਤੁਹਾਨੂੰ ਦੇਣ ਜਾ ਰਿਹਾ, ਉਸ ਦੇ ਉੱਤੇ ਸਾਨੂੰ ਆਪਣੀ ਕਿਰਪਾ ਅਤੇ ਆਪਣੀ ਪਰਮੇਸ਼ਵਰਤਾ ਸੱਚਾਈ ਵਿੱਚ ਚੱਲਣ ਦੇ ਲਈ ਜਿੰਨੇ ਵੀ ਭਾਈ ਭੈਣ ਇਸ ਨੂੰ ਸੁਣ ਰਹੇ ਨੇ, ਉਹਨਾਂ ਨੂੰ ਵੀ ਸੁਚਾਰੂ ਰੀਤੀ ਦੇ ਨਾਲ ਸੁਚੇਤ ਹੋ ਕੇ ਆਪ ਦੇ ਸਵਰਗ ਰਾਜ ਵਿੱਚ ਅੱਗੇ ਵਧਣ ਦੇ ਲਈ ਮਦਦ ਕਰ, ਤਾਂ ਕਿ ਤੇਰੀ ਵਡਿਆਈ, ਤੇਰੀ ਮਹਿਮਾ ਉਹਨਾਂ ਦੇ ਜੀਵਨ ਵਿੱਚ ਹੋ ਸਕੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਸਾਰੇ ਭਾਈ ਭੈਣਾਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਲ ਚਾਹੁੰਦੇ। ਪਿਆਰੇ ਅਜ਼ੀਜ਼, ਇੱਕ ਵਾਰ ਫਿਰ ਮੈਂ ਆਪ ਸਭ ਦਾ ਇਸ ਬਾਈਬਲ ਅਧਿਐਨ ਦੇ ਵਿੱਚ ਸਵਾਗਤ ਕਰਦਾ ਅਤੇ ਆਪ ਨੂੰ ਅੱਜ ਦੇ ਦਿਨ ਦੇ ਵਿੱਚ ਇੱਕ ਇਸ ਸਮੇਂ ਦੀ ਚੱਲ ਰਹੀ ਸਿੱਖਿਆ ਦੇ ਵਿੱਚ ਸੁਚੇਤ ਹੋਣ ਦੇ ਲਈ, ਜਾਣੂ ਹੋਣ ਦੇ ਲਈ ਮੈਂ ਆਪ ਦੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਨਾ ਚਾਹੁੰਦਾ। ਗਲਾਤੀਆਂ ਦੀ ਪੁਸਤਕ, ਉਸ ਦਾ 1 ਅਧਿਆਇ 6 ਤੋਂ ਲੈ ਕੇ ਉਸ ਦੀਆਂ 9 ਆਇਤਾਂ ਤੱਕ ਮੈਂ ਆਪ ਦੇ ਲਈ ਪੜ੍ਹਾਂਗਾ। ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਵੱਲ ਝੁਕ ਜਾਂਦੇ ਹੋ। ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਦਾ ਕੋਈ ਦੂਤ ਵੀ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਤ ਹੋਵੇਗਾ। ਜੇਕਰ ਅਸੀਂ ਅੱਗੇ ਕਿਹਾ ਸੀ ਕਿ ਤਿੱਕਰ ਹੋ, ਮੈਂ ਹੁਣ ਵੀ ਆਖਦਾ ਹਾਂ ਭਾਈ, ਜੇ ਕੋਈ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਤੁਸਾਂ ਕਬੂਲ ਕੀਤੀ ਸੀ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸ਼ਰਾਪਿਤ ਹੋਵੇਗਾ। ਪਿਆਰੇ ਅਜ਼ੀਜ਼, ਅੱਜ ਕੱਲ੍ਹ ਬਹੁਤ ਸਾਰੇ ਲੋਕ ਖੁਸ਼ਖਬਰੀ ਦਾ ਗਲਤ ਅਰਥ, ਗਲਤ ਤਰੀਕਾ ਯੂਜ਼ ਕਰ ਰਹੇ। ਐਕਚੁਅਲ ਮੈਂ ਆਪ ਦੇ ਅੱਗੇ ਰੱਖਣਾ ਚਾਹੁੰਦਾ ਹਾਂ, ਖੁਸ਼ਖਬਰੀ ਹੈ ਕੀ। ਖੁਸ਼ਖਬਰੀ ਨੂੰ ਜਦ ਤੱਕ ਅਸੀਂ ਸਮਝਦੇ ਨਹੀਂ, ਉਦੋਂ ਤੱਕ ਖੁਸ਼ਖਬਰੀ ਹੈ ਕਿ ਅਸੀਂ ਉਹਦੇ ਬਾਰੇ ਨਹੀਂ ਸਮਝ ਸਕਦੇ। ਮੇਰਾ ਅੱਜ ਦਾ ਵਿਸ਼ਾ ਇਹੀ ਹੈ, ਪਰਮੇਸ਼ਰ ਦੀ ਸੱਚੀ ਅਤੇ ਅਸਲ ਖੁਸ਼ਖਬਰੀ। ਪਰਮੇਸ਼ਰ ਦੀ ਸੱਚੀ ਅਤੇ ਅਸਲ ਖੁਸ਼ਖਬਰੀ। ਪਰਮੇਸ਼ਰ ਦੀ ਸੱਚੀ ਅਤੇ ਅਸਲ ਖੁਸ਼ਖਬਰੀ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਹੈ, ਜੋ ਕਲਵਰੀ ਕ੍ਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਦਿੱਤੀ ਗਈ, ਮਤਲਬ ਪਾਪੀ ਦੇ ਲਈ ਦਿੱਤੀ ਗਈ। ਖੁਸ਼ਖਬਰੀ ਦਾ ਅਗਰ ਸਿੱਧਾ ਮੇਨ ਅਰਥ ਦੇਖੀਏ, ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਔਰ ਬਾਈਬਲ ਇਹ ਦੱਸਦੀ ਹੈ ਕਿ ਸਾਰਾ ਸੰਸਾਰ ਪਾਪ ਦੇ ਹੇਠ ਹੈ ਅਤੇ ਪਾਪ ਦੇ ਵਿੱਚ ਮਰ ਰਿਹਾ ਸੀ। ਔਰ ਇਸ ਤੋਂ ਪਰਮੇਸ਼ਵਰ ਨੇ ਉਸ ਨੂੰ ਬਚਾਉਣ ਦੇ ਲਈ ਇੱਕ ਵਿਉਂਤ ਬਣਾਈ, ਇੱਕ ਯੋਜਨਾ ਬਣਾਈ। ਉਹ ਸਵੈ ਸਵਰਗ ਤੋਂ ਉਤਰ ਕੇ ਸਾਰੀ ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਆਪਣੀ ਪਵਿੱਤਰਤਾ ਦਾ ਬਲੀਦਾਨ ਕਰਕੇ, ਆਪਣਾ ਪਵਿੱਤਰ ਲਹੂ ਬਹਾ ਕੇ ਮੇਰੇ ਅਤੇ ਆਪ ਦੇ ਪਾਪ ਦਾ ਉਹਨੇ ਰਿਣ ਇੱਕੋ ਵਾਰ ਕਲਵਰੀ ਕ੍ਰੂਸ ਦੇ ਉੱਤੇ ਚੁਕਾ ਦਿੱਤਾ। ਹੁਣ ਮੈਨੂੰ ਕੋਈ ਬਲੀਦਾਨ ਦੇਣ ਦੀ ਲੋੜ ਨਹੀਂ। ਹੁਣ ਮੈਨੂੰ ਕੁਛ ਅਜਿਹਾ ਕਰਨ ਦੀ ਲੋੜ ਨਹੀਂ ਜਿਹਦੇ ਵਿੱਚ ਮੈਨੂੰ ਕੁਰਬਾਨੀ ਦੇ ਲਈ ਬਲੀਦਾਨ ਹੋਣਾ ਪਵੇ। ਬਾਈਬਲ ਬਾਣੀ ਸਾਫ਼ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਇੱਕੋ ਵਾਰ ਸੂਲੀ ਉੱਤੇ ਚੜ੍ਹ ਗਿਆ। ਹੁਣ ਉਹ ਬਾਰ-ਬਾਰ ਚੜ੍ਹਨ ਵਾਲਾ ਨਹੀਂ। ਜਿਹੜਾ ਕੋਈ ਉਸ ਉੱਤੇ ਨੀਚਾ ਕਰਦਾ ਉਹ ਬਚਾਇਆ ਜਾਂਦਾ। ਇਸ ਤੋਂ ਇਲਾਵਾ ਕੋਈ ਹੋਰ ਖੁਸ਼ਖਬਰੀ ਹੈ ਹੀ ਨਹੀਂ। ਪਰ ਅੱਜ ਕੱਲ੍ਹ ਕੀ ਹੈ, ਜੋ ਆਪਣਾ ਪੌਲਸ ਰਸੂਲ ਹੈ, ਗਲਾਤੀਆਂ ਦੀ ਪੁਸਤਕ ਨੂੰ ਅਸੀਂ ਜਦੋਂ ਪੜ੍ਹਦੇ ਹਾਂ, ਮੈਂ ਅਚਰਜ ਹੁੰਦਾ, ਹੈਰਾਨ ਹੁੰਦਾ। ਕਿਉਂ ਹੈਰਾਨ ਹੁੰਦਾ? ਕਿਉਂਕਿ ਗਲਾਤੀਆਂ ਦੀ ਕਲੀਸਿਆ ਵਿੱਚ ਝੂਠੇ ਉਪਦੇਸ਼ਕ ਆ ਬੜੇ ਸੀ। ਝੂਠੇ ਉਪਦੇਸ਼ਕ ਆ ਬੜੇ ਸੀ, ਝੂਠੀਆਂ ਗੱਲਾਂ ਅਤੇ ਝੂਠੀ ਨਿੰਦਕ ਆ ਬੜੀ ਸੀ। ਅਗਰ ਅਸੀਂ ਰਸੂਲਾਂ ਦੇ ਕਰਤੱਵ ਦਾ ਇਤਿਹਾਸ ਪੜ੍ਹੀਏ, 4 ਅੰਜੀਲਾਂ ਨੂੰ ਪੜ੍ਹੀਏ, ਤਾਂ ਉਸ ਵਿੱਚ ਵੀ ਉਸ ਸਮੇਂ ਵੀ ਝੂਠੇ ਉਪਦੇਸ਼ਕ ਸੀ। ਕਈ ਲੋਕਾਂ ਨੇ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ ਕਈ ਤਰ੍ਹਾਂ ਦੀ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਦਲ ਨਾ ਸਕੇ। ਅੱਜ ਝੂਠੀ ਸਿੱਖਿਆ ਦਾ ਮੀਨਾਰ ਮੈਂ ਕੀ ਕਹਿੰਦਾ ਹਾਂ, ਕਈ ਲੋਕ ਆਪਣਾ ਕੀ ਕਰਦੇ ਆ, ਲੋਕਾਂ ਨੂੰ ਆਪਣੀ ਵੱਲ ਖਿੱਚਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਟਾਂਟੇ ਵਾਂਟੇ ਯੂਜ਼ ਕਰਦੇ ਆ
ਅਤੇ ਉਹ ਕਹਿੰਦੇ ਆ ਕਿ ਇਹ ਸਾਡੇ ਕੋਲ ਆ ਜਾਣ ਅਤੇ ਸਾਡੀ ਰੋਜੀ ਰੋਟੀ ਚੱਲੇ। ਇਹ ਰੋਜੀ ਰੋਟੀ ਦਾ ਸਾਧਨ ਨਹੀਂ ਹੈ, ਇਹ ਸਾਡੇ ਆਤਮਿਕ ਜੀਵਨ ਨੂੰ ਬਚਾਉਣ ਦਾ ਇੱਕ ਬਹੁਤ ਅੱਛਾ ਤਰੀਕਾ ਹੈ। ਰੋਜੀ ਰੋਟੀ ਦੇ ਲਈ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ। ਉਹਦੇ ਵਿੱਚ ਜਦੋਂ ਅਸੀਂ ਸੱਚੇ ਜੀਵਨ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ ਤਾਂ ਸਾਡੇ ਲਈ ਰਿਜ਼ਕ ਦੇ ਲਈ ਰਸਤਾ ਵੀ ਖੁੱਲ੍ਹਦਾ ਹੈ। ਪਰ ਇਹ ਰਿਜ਼ਕ ਜਿਸ ਤਰ੍ਹਾਂ ਤਿਮੋਥੀਅਸ 'ਚ ਲਿਖਿਆ ਹੈ, ਉਹਨਾਂ ਦੇ ਲਈ ਇਹ ਜਿਹੜਾ ਢਿੱਡ ਹੈ ਇਹ ਭਗਤੀ ਦਾ ਕਾਰਨ ਬਣ ਗਿਆ ਹੈ। ਉਹ ਆਪਣੇ ਢਿੱਡ ਨੂੰ ਆਪਣੇ ਆਪ ਨੂੰ ਪਾਲਣ ਦੇ ਲਈ ਇਹ ਕੰਮ, ਇਹ ਟਾਂਟੇ ਵਾਂਟੇ ਯੂਜ਼, ਕੋਈ ਆਪਣਾ ਇਸ ਚੀਜ਼ ਨੂੰ ਇਸ ਤਰ੍ਹਾਂ ਯੂਜ਼ ਕਰਿਆ ਫਾਇਰ। ਜੇ ਤੁਸੀਂ ਫਾਇਰ ਨਹੀਂ ਕਰੋਗੇ ਤਾਂ ਆਪਣਾ ਤੁਹਾਡੇ ਇੱਥੇ ਕੋਈ ਕੰਮ ਨਹੀਂ ਹੋਏਗਾ। ਕਈ ਲੋਕ ਫਾਇਰ ਕਰਨ ਦੇ ਨਾਲ ਡਿੱਗਦੇ ਆ ਅਤੇ ਉਹ ਕਹਿੰਦੇ ਆ ਸੱਚਮੁੱਚ ਇਹਦੇ 'ਚ ਪਾਵਰ ਹੈ। ਇਹ ਆਪਣਾ ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦੀ ਮਿਨਿਸਟਰੀ ਦੇ ਵਿੱਚ ਉਹਨੇ ਕਿਤੇ ਵੀ ਇਸ ਤਰ੍ਹਾਂ ਫਾਇਰ ਕਰਨ ਦੀ ਗੱਲ ਨਹੀਂ ਕੀਤੀ ਹੈ। ਨਾ ਉਹਨੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਫਾਇਰ ਕਰੋ। ਔਰ ਰਸੂਲਾਂ ਦੇ ਕਰਤੱਵ ਦੇ ਵਿੱਚ ਵੀ ਜਦੋਂ ਚੇਲਿਆਂ ਨੇ ਦੇਖਿਆ ਤਾਂ ਕਿਤੇ ਵੀ ਇਸ ਤਰ੍ਹਾਂ ਦਾ, ਹਾਂ ਲੋਕ ਉਹਨਾਂ ਦੇ ਆਪਣਾ ਕੱਪੜੇ ਛੂੰਹਦੇ ਸੀ ਜਾਂ ਉਹਨਾਂ ਨੂੰ ਹੱਥ ਲਾਉਂਦੇ ਸੀ ਤਾਂ ਚੰਗੇ ਹੋ ਜਾਂਦੇ ਸੀ, ਇਹ ਜ਼ਰੂਰ ਲਿਖਿਆ ਹੈ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲਿਖੀ। ਮੇਰੇ ਪਿਆਰੇ ਅਜ਼ੀਜ਼, ਗਲਤ ਸਿੱਖਿਆ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ। ਪੌਲਸ ਰਸੂਲ ਇੱਕ ਗੱਲ ਕਹਿ ਰਿਹਾ, ਪਰ ਜੇਕਰ ਅਸੀਂ ਵੀ ਜਾਂ ਸਵਰਗ ਦਾ ਕੋਈ ਵੀ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਸ਼ਰਾਪਤ ਹੈ। ਇਹਦਾ ਮਤਲਬ ਪਰਮੇਸ਼ਰ ਨੇ ਕੋਈ ਖੁਸ਼ਖਬਰੀ ਦਿੱਤੀ ਹੈ, ਕੋਈ ਹੋਰ ਖੁਸ਼ਖਬਰੀ ਸਾਨੂੰ ਦਿੱਤੀ ਨਹੀਂ। ਜਦੋਂ ਉਸ ਰੋਮੀਆਂ ਦੀ ਪੁਸਤਕ ਉਸਦਾ 8 ਅਧਿਆਇ ਉਸਦੀ 9 ਆਇਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕੁਛ ਇਸ ਤਰ੍ਹਾਂ ਲਿਖਿਆ ਹੋਇਆ ਹੈ। ਮੈਂ ਆਪ ਦੇ ਲਈ ਇੱਥੇ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਪਰ ਜਦ ਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਤਾਂ ਤੁਸੀਂ ਸਰੀਰਕ ਦਸ਼ਾ ਵਿੱਚ ਨਹੀਂ ਪਰ ਆਤਮਿਕ ਦਸ਼ਾ ਵਿੱਚ ਹੋ। ਜੇ ਕਿਸੇ ਵਿੱਚ ਮਸੀਹ ਦਾ ਆਤਮਾ ਨਹੀਂ ਤਾਂ ਉਹ ਉਸ ਦਾ ਜਨ ਨਹੀਂ। ਹੁਣ ਸਵਾਲ ਇਹ ਹੈ ਕਿ ਇਹ ਆਤਮਾ ਸਾਡੇ ਵਿੱਚ ਆਉਂਦਾ ਕਿੱਦਾਂ? ਅੱਜ ਇਹ ਝੂਠੀ ਸਿੱਖਿਆ ਫੈਲ ਚੁੱਕੀ ਹੈ, ਤੁਹਾਡੇ ਵਿੱਚ ਪਵਿੱਤਰ ਆਤਮਾ ਨਹੀਂ, ਤੁਸੀਂ ਪਵਿੱਤਰ ਆਤਮਾ ਦੇ ਵਿੱਚ ਕੰਮ ਨਹੀਂ ਕਰ ਰਹੇ, ਉਹ ਬਿਨਾਂ ਪਵਿੱਤਰ ਆਤਮਾ ਤੋਂ ਚੱਲੀ ਜਾ ਰਿਹਾ, ਬਿਨਾਂ ਪਵਿੱਤਰ ਆਤਮਾ ਤੋਂ ਕੰਮ। ਵਾਟ ਇਜ਼ ਦਾ ਹੋਲੀ ਸਪਿਰਿਟ? ਮੇਰਾ ਸਵਾਲ ਇਹ ਖੁਸ਼ਖਬਰੀ ਦੇ ਨਾਲ ਇਹ ਆ ਰਿਹਾ, ਪਵਿੱਤਰ ਆਤਮਾ ਕੀ ਹੈ? ਬਾਈਬਲ ਦੇ ਵਿੱਚ ਪਵਿੱਤਰ ਆਤਮਾ ਦਾ ਕੰਮ ਕੀ ਹੈ? ਮਤਲਬ ਕਿ ਮੈਂ ਪੁੱਛ ਰਿਹਾ ਹਾਂ ਖੁਸ਼ਖਬਰੀ ਦਾ ਕੰਮ ਕੀ ਹੈ? ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਹੈ। ਜੇ ਖੁਸ਼ਖਬਰੀ ਦਾ ਕੰਮ ਨਹੀਂ ਪਤਾ ਤਾਂ ਸਾਨੂੰ ਹੋਰ ਸਿੱਖਿਆ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ। ਮੈਂ ਆਪ ਨੂੰ ਖੁਸ਼ਖਬਰੀ ਦਾ ਕੰਮ ਦੱਸ ਰਿਹਾ ਹਾਂ ਜੋ ਪਰਮੇਸ਼ਰ ਦਾ ਆਤਮਾ ਮੇਰੇ ਅਤੇ ਆਪ ਦੇ ਵਿੱਚ ਕਰ ਰਿਹਾ। ਜਦੋਂ ਮੈਂ ਯਹੋਨਾ ਦੀ ਅੰਜੀਲ ਉਸ ਦਾ 16 ਅਧਿਆਇ ਉਸ ਦੀ 8 ਆਇਤ ਨੂੰ ਆਪ ਦੇ ਲਈ ਪੜ੍ਹਦਾ ਹਾਂ ਤਾਂ ਉਹਦੇ ਵਿੱਚ ਪਰਮੇਸ਼ਰ ਆਪਣੇ ਪਰਮੇਸ਼ਰ ਪੁੱਤਰ ਸਾਫ਼ ਰੀਤੀ ਨਾਲ ਉਹਨਾਂ ਨੂੰ ਦੱਸਦਾ ਹੈ ਪਵਿੱਤਰ ਆਤਮਾ ਦਾ ਕੰਮ ਕੀ ਹੈ। ਪਹਿਲਾ ਮੈਂ 7 ਆਇਤ ਨੂੰ ਪੜਾਂਗਾ, ਤਾਂ ਵੀ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਚੰਗਾ ਹੈ, ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜ ਦੇਵਾਂਗਾ। ਉਹ ਆ ਕੇ ਸੰਸਾਰ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਦੇ ਵਿਖੇ ਨਿਰੰਤਰ ਕਰੇਗਾ, ਭਾਵ ਕਾਇਲ ਕਰੇਗਾ। ਇਹ ਹੈ ਖੁਸ਼ਖਬਰੀ ਦੇ ਪ੍ਰਤੀ ਪਵਿੱਤਰ ਆਤਮਾ ਦਾ ਕੰਮ। ਅਸੀਂ ਹੋਰ ਹੀ ਕੰਮਾਂ ਕਾਰਾਂ ਦੇ ਵਿੱਚ ਪੈ ਗਏ ਹਾਂ। ਪਰਮੇਸ਼ਵਰ ਦਾ ਉਦੇਸ਼ ਕੀ ਸੀ? ਪਾਪੀ ਮਨੁੱਖ ਨੂੰ ਪਾਪ ਤੋਂ ਬਚਾਉਣਾ। ਅਚਰਜ ਦੇ ਕੰਮ ਬਾਅਦ ਦੇ ਵਿੱਚ ਹੈ, ਪਹਿਲਾਂ ਬਚਾਉਣ ਦੀ ਗੱਲ ਹੈ। ਚਮਤਕਾਰ ਬਾਅਦ ਦੇ ਵਿੱਚ ਹੈ, ਪਹਿਲਾਂ ਪਾਪੀ ਨੂੰ ਬਚਾਉਣ ਦੀ ਗੱਲ ਹੈ। ਅਸੀਂ ਉਸ ਕੰਮ ਨੂੰ ਛੱਡ ਕੇ ਹੋਰ ਹੀ ਗੱਲਾਂ ਦੇ ਵਿੱਚ ਆਪਣਾ ਲੱਗ ਗਿਆ। ਬਾਈਬਲ ਦੇ ਵਿੱਚ ਇੱਕ ਗੱਲ ਮੈਂ ਆਪ ਨੂੰ ਸਾਫ਼ ਦੱਸਵਾਂ, ਬਾਈਬਲ ਦੇ ਵਿੱਚ ਲਿਖਿਆ, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਭਾਵ ਤੋਬਾ ਨਹੀਂ ਕੀਤੀ ਹੈ ਤਾਂ ਤੁਸੀਂ ਸਵਰਗ ਦੇ ਰਾਜ 'ਚ ਵੜ ਨਹੀਂ ਸਕਦੇ। ਬਾਈਬਲ ਦੇ ਵਿੱਚ ਯਹੋਨਾ ਦੀ ਅੰਜੀਲ 3 ਅਧਿਆਇ 3 ਦੇ ਵਿੱਚ ਕਹਿੰਦਾ, ਜੇ ਕੋਈ ਮਨੁੱਖ ਨਵੇਂ ਸਿਰੇ ਤੋਂ ਨਾ ਜੰਮੇ ਤਾਂ ਉਹ ਸਵਰਗ ਦੇ ਰਾਜ ਵਿੱਚ ਵੜ ਨਹੀਂ ਸਕਦਾ। ਅਸੀਂ ਹੋਰ ਹੀ ਸਿੱਖਿਆ ਤੇ ਹੋਰ ਹੀ ਆਪਣਾ ਕੰਮਾਂ ਦੇ ਵਿੱਚ ਵੜ ਗਏ ਹਾਂ, ਹੋਰ ਹੀ ਗੱਲਾਂ ਦੇ ਵਿੱਚ ਸਾਡਾ ਧਿਆਨ ਚਲਾ ਗਿਆ। ਅਸੀਂ ਕਿਸ ਤਰ੍ਹਾਂ ਪਾਪ ਤੋਂ ਬਚ ਸਕਦੇ? ਮੇਰੇ ਪਿਆਰੇ ਅਜ਼ੀਜ਼, ਗਲਤ ਸਿੱਖਿਆ ਦੇ ਵਿੱਚ ਆਪਣੇ ਚਿੱਤ ਨੂੰ ਨਾ ਲਾਓ।
परमेश्वर की सच्ची अते जो जिउंदी खुशखबरी है उसके उत्ते चित लाओ। जिउंदी खुशखबरी की है? प्रभु यसु मसीह मेरे पापी दे लिए मारिया गया, गड्ढिया गया ते तीसरे दिन जी उठिया। ये जिउंदी अते सच्ची खुशखबरी है। और परमेश्वर का आत्मा मेरे विच काम कदों करता है? इस खुशखबरी के प्रति काम कदों करता है? मैं आप दे लिए आपसियां की पुस्तक उसका एक अध्याय उसकी मैं 13 आयत आप दे लिए पढ़ रहा हाँ। इत्थे लिखिया है, कहता है अते उस विच जदों तुसी सत दा वचन सुनिया अते अपनी मुक्ति की खुशखबरी ते विश्वास किया, निचा किया। सत दा वचन, ये आत्मा ने तुहानू सच दा वचन सुना दिता कि पापी दे लई एक मारिया गया, गड्ढिया गया ते तीसरे दिन जी उठिया, वो है प्रभु यसु मसीह, जिहदे बारे पतरस रसूलां दे करतब 4:12 दे विच कहंदा है, आकाश दे हेठां मनुखां दे विचकार इक्को ही नाम दिता गया है जिस तो तुसीं बचाए जाना, अर्थात प्रभु यसु मसीह। एक खुशखबरी है। और कहंदा इस वचन अते अपनी मुक्ति की खुशखबरी सुनी अते उस उत्ते तुसीं निचा भी कीती तां वायदे दे अनुसार तुहाडे उत्ते पवित्र आत्मा की मोहर लग गई। पवित्र आत्मा की ते लोग कहंदे बगैर पवित्र आत्मा तो काम कर रहे। मैनू नहीं समझदा वो किहड़ी खुशखबरी का प्रचार करते हैं। मैनू नहीं समझ आता उन्होंने किहड़ी खुशखबरी पढ़ी है। मैनू नहीं समझ आता उन्होंने किहड़ी खुशखबरी सुनी है। पर मेरे को तो जो खुशखबरी पहुंची है जिहदे उत्ते मैं निचा की है, उसे खुशखबरी दे विच पवित्र आत्मा दिन प्रति दिन मैनू उहदे वचन दे विच चलण दे लई, उहदे वचन नूं सिखण दे लई, उहदे वचन नूं प्रगट करन दे लई मेरी मदद कर रहा है। खुशखबरी दे 3 पड़ाव। पहली खुशखबरी मैनू नवां जन्म, दूसरी खुशखबरी जिहदे विच मैं सदा दा जीवन पाऊंगा, तीसरी खुशखबरी वो युग के अंत तिकर मेरे नाल। खुशखबरी का मतलब है कि मैनू उन्हें अपना आनंद बख्श दिता है। आनंद वो है जिहड़ा मैनू मिल गया। मैनू नवा जन्म मिल गया, पाप मुक्ति मिल गई, मैनू अपना सदा का जीवन मिल गया, मैनू हमेशा परमेश्वर की मेरे नाल संगत मिल गई। तो इस तो वड्डी खुशखबरी की है? 3 खुशखबरी के पड़ाव असी उन्हां नूं भी अपने जीवन दे विच नहीं समझ। नवा जन्म तौबा जिहड़ी है वो अपना यूहन्ना दी अंजील दे विच दस्सिया। अनंत जीवन जिहड़ा है, सदा दा जीवन जिहड़ा अमरता दा जीवन वो यूहन्ना 3:16 दे विच दस्सिया। सदा परमेश्वर कहंदा अंत तक मैं तुहाडे नाल आ। मती दी अंजील ओदा 28:20 दे विच लिखिया। होर किहड़ी खुशखबरी है मैनू नहीं समझ आती। इत्थे कहंदा तुसीं गलातियां तुसीं होर ही खुशखबरी दे उत्ते चित ला रहे। अज लोग चिन्हां दे वल जा रहे, अज लोग चमत्कारां दे वल, हाँ उत्थे चले जाओ जी, उत्थे बहुत चमत्कार है। पर मैं नहीं समझदा कि वचन जिहड़ा है परमेश्वर दा ये सब तो बड़ा चमत्कारी है। वचन जिहड़ा है परमेश्वर दा चिन्ह है। वचन जिहड़ा है मेरी समर्थ है। असी इस चीज़ नूं ना समझ के असी होर चीज़ां दे वल भजण लग पए। मैं पिछले कल भी दस्सिया सी कि मैनू किसी दे चर्च दे विच किसी भी भाई भैन दे नाल कोई भी इस तरह का मतलब नहीं कि मैं उन्होंने अपने वाल खिंचा। वो अपने आप उठ के आते, पहला उन्होंने पूछ लेंगे भी गल की है। गल करन तो बाद जो उन्होंने सलूशन बन जाता मैं जाना ही नहीं, तद असी उन्होंने रोक देंगे। ठीक है कोई गल नहीं, तुसीं आओ वचन दे विच बोलो, असी तुहानूं होर कोई गल नहीं दस सकते। इसदा मतलब असी उन्होंने खुशखबरी दे विच अगे वधना सिखाउने हैं, पिछे हटना नहीं सिखाउने। साडे जीवन दे विच इह गल नहीं होनी। असी उन्होंने संगत दे के प्रभु दे विच वधाउणा। कल नूं उन्हां दा मन मुड़े जे जाना चाहते जा सकते, मैं उन्होंने रोकण वाला नहीं। कारण असी प्रभु दे वचन दे नाल प्रभु दी खुशखबरी नूं वंडदे हां। प्रभु दी खुशखबरी दे विच ही समर्थ है। पौलुस ने जदों खुशखबरी सुनी तां उहनूं समर्थ मिली अते परमेश्वर दे वचन दे विच अजिहा कुद्दिया, वो अंत तक कुद्दा गया। भावें उहदे शरीर च दुख कष्ट कलेश कुछ भी आया, उसने उस खुशखबरी नूं छड्डिया नहीं, उहदे प्रति वफादार रहा। अज असी उस खुशखबरी तो पिछे हट जाते। क्यों हट जाते? क्योंकि वो सच्ची खुशखबरी हजे मैनूं मिली नहीं।
ਜਦੋਂ ਖੁਸ਼ਖਬਰੀ ਸੱਚੀ ਮਿਲ ਗਈ ਹੈ ਤਾਂ ਮੈਂ ਕਦੇ ਵੀ ਪਿੱਛੇ ਹਟਣ ਦਾ ਫੈਸਲਾ ਨਹੀਂ ਕੀਤਾ। ਜਦੋਂ ਮੈਂ ਕਿਸੇ ਨੂੰ ਪੁੱਛਦਾ ਹਾਂ ਭਾਈ ਤੁਸੀਂ ਪ੍ਰਭੂ ਦੇ ਵਿੱਚ ਕਿੱਦਾਂ ਆਏ, ਮੇਰਾ ਸਿਰ ਦਰਦ ਹੁੰਦਾ ਸੀਗਾ, ਉਹ ਪ੍ਰਾਰਥਨਾ ਕੀਤੀ ਤਾਂ ਮੈਂ ਠੀਕ ਹੋ ਗਿਆ। ਠੀਕ ਹੈ, ਇਟਸ ਆਲ ਰਾਈਟ, ਠੀਕ ਹੋ ਗਏ, ਪਰ ਤੁਹਾਡਾ ਨਵਾਂ ਜਨਮ ਕਿੱਥੇ ਹੈ? ਤੁਹਾਡੀ ਸਦਾ ਦੇ ਜੀਵਨ ਦੀ ਗਰੰਟੀ ਕਿੱਥੇ ਹੈ? ਤੁਹਾਡੇ ਨਾਲ ਹਮੇਸ਼ਾ ਪਰਮੇਸ਼ਰ ਦਾ ਚੱਲਣਾ ਉਹ ਕਿੱਥੇ ਹੈ? ਉਹ ਨਜ਼ਰ ਨਹੀਂ ਆਉਂਦਾ ਹੈ। ਹਾਂ, ਮੇਰਾ ਸਿਰ ਦਰਦ ਸੀ, ਉਹ ਠੀਕ ਹੋ ਗਿਆ। ਡਾਕਟਰ ਕੋਲ ਚਲੇ ਜਾਓ, ਹਜ਼ਾਰਾਂ ਡਾਕਟਰ ਬੈਠੇ ਆ, ਉਹਨਾਂ ਕੋਲ ਚਲੇ ਜਾਓ, ਦਵਾਈ ਦਿੰਦੇ ਆ ਬੰਦੇ, ਉਹਨਾਂ ਦੇ ਸਿਰ ਦਰਦ ਠੀਕ ਹੋ ਜਾਂਦੇ। ਕੀ ਉਹ ਦੁਬਾਰਾ ਮੁੜ ਬਿਮਾਰ ਨਹੀਂ ਹੁੰਦੇ? ਸੱਚੀ ਖੁਸ਼ਖਬਰੀ ਦਾ ਮੀਨਿੰਗ ਹੈ ਤੁਹਾਨੂੰ ਹਮੇਸ਼ਾ ਪਾਪ ਤੋਂ ਮੁਕਤੀ, ਹਮੇਸ਼ਾ ਪਰਮੇਸ਼ਰ ਦੀ ਮੌਜੂਦਗੀ, ਹਮੇਸ਼ਾ ਪਰਮੇਸ਼ਰ ਦਾ ਅਨੰਤ ਜੀਵਨ ਤੁਹਾਡੇ ਨਾਲ ਰਹਿਣ ਵਾਲਾ। ਸੱਚੀ ਖੁਸ਼ਖਬਰੀ ਅਸੀਂ ਕੁਝ ਹੋਰ ਹੀ। ਹਾਂ, ਬਾਈਬਲ ਦੇ ਵਿੱਚ ਦੂਸਰੀ ਅੰਤਿਮ ਗੱਲ ਦੇ ਉੱਤੇ ਮੈਂ ਜਾ ਰਿਹਾ ਹਾਂ। ਅਗਰ ਤੁਹਾਨੂੰ ਕੋਈ ਹੋਰ ਹੀ ਪ੍ਰਕਾਰ ਦੀ ਖੁਸ਼ਖਬਰੀ ਸੁਣਾਵੇ ਤਾਂ ਪਰਮੇਸ਼ਰ ਦਾ ਵਚਨ ਯੋਹੰਨਾ ਦੀ ਅੰਜੀਲ ਦੇ ਵਿੱਚ ਮੈਨੂੰ ਅਤੇ ਆਪ ਨੂੰ ਕੀ ਕਹਿੰਦਾ ਹੈ, ਉਸ ਉੱਤੇ ਵੀ ਧਿਆਨ ਦੇ ਦਈਏ। ਦੂਸਰਾ ਯੋਹੰਨਾ ਦੀ ਅੰਜੀਲ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਦੂਸਰਾ ਯੋਹੰਨਾ ਦੀ ਅੰਜੀਲ, ਇੱਥੇ ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਮੇਰੇ ਅਤੇ ਆਪ ਦੇ ਲਈ ਇੱਕ ਚੇਤਾਵਨੀ ਭਰਿਆ ਹੈ। ਮੈਂ ਉਹ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜੇਕਰ ਕੋਈ ਤੁਹਾਡੇ ਕੋਲ ਆਵੇ ਅਤੇ ਸਿੱਖਿਆ ਨਾ ਦੇਵੇ ਤਾਂ ਉਸ ਨੂੰ ਘਰ ਦੇ ਵਿੱਚ ਨਾ ਆਉਣ ਦਿਓ, ਨਾ ਨਮਸਕਾਰ ਕਰੋ, ਕਿਉਂਕਿ ਜੋ ਕੋਈ ਅਜਿਹੇ ਜਨ ਨੂੰ ਨਮਸਕਾਰ ਕਰਦਾ ਉਸ ਦੇ ਬੁਰੇ ਕੰਮਾਂ ਦੇ ਵਿੱਚ ਸਾਂਝੀ ਹੁੰਦਾ। ਜਿਹੜਾ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਛੁੱਟ ਕੇ ਹੋਰ ਕੋਈ ਖੁਸ਼ਖਬਰੀ ਸੁਣਾਉਂਦਾ, ਬਾਈਬਲ ਦੱਸਦੀ ਹੈ ਸ਼ਰਾਪਿਤ, ਭਾਵ ਉਹ ਮੌਤ ਦੇ ਹੱਥ ਵਿੱਚ ਹੈ, ਸਦੀਵੀ ਮੌਤ। ਇਸ ਲਈ ਮੇਰੇ ਪਿਆਰੇ ਅਜ਼ੀਜ਼, ਮੈਂ ਆਪ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਸੱਚੀ ਖੁਸ਼ਖਬਰੀ ਦੇ ਉੱਤੇ ਧਿਆਨ ਦਿਓ ਜਿਹੜੀ ਮੈਨੂੰ ਮੁਕਤੀ ਦਿੰਦੀ ਹੈ। ਸੱਚੀ ਖੁਸ਼ਖਬਰੀ ਦੇ ਉੱਤੇ ਧਿਆਨ ਦਿਓ ਜਿਹੜੀ ਮੈਨੂੰ ਸਦਾ ਦਾ ਜੀਵਨ ਦਿੰਦੀ। ਸੱਚੀ ਖੁਸ਼ਖਬਰੀ ਦੇ ਉੱਤੇ ਧਿਆਨ ਦਿਓ ਜਿਸ ਦੇ ਵਿੱਚ ਪਰਮੇਸ਼ਰ ਦਾ ਵਾਅਦਾ ਹੈ ਕਿ ਯੁੱਗ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ। ਇਸ ਉੱਤੇ ਧਿਆਨ ਕਰਕੇ ਚੱਲੋ, ਪ੍ਰਭੂ ਤੁਹਾਨੂੰ ਆਪਣੀ ਆਸ਼ੀਸ਼ ਦੇਵੇਗਾ ਔਰ ਹਮੇਸ਼ਾ ਤੁਹਾਡੇ ਨਾਲ ਰਹਿ ਕੇ ਤੁਹਾਡਾ ਮਾਰਗਦਰਸ਼ਨ ਕਰੇਗਾ। ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ।